हाँ जी दोस्तों, सत श्री अकाल जी। मैं रमनदीप ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਹਾਂ ਸਾਰਿਆਂ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ 5 ਜਿਹੜਾ ਹੈਗਾ 5th ਹੈਗਾ ਉਸ ਬਾਰੇ ਡਿਸਕਸ ਕਰਾਂਗੇ। ਰੀਅਲਿਜ਼ਮ ਆਫ ਦਾ ਅਰਥ, ਯਾਨੀ ਕਿ ਧਰਤੀ ਦੇ ਜਿਹੜੇ ਬ੍ਰਹਿਮੰਡਲ ਨੇ, ਜਿਹੜੀਆਂ ਪਰਤਾਂ ਉਸ 'ਤੇ ਬਣ ਜਾਂਦੇ ਨੇ, ਉਸ ਬਾਰੇ ਡਿਸਕਸ ਕਰਾਂਗੇ। ਸੋਸ਼ਲ ਸਟੱਡੀ ਜਿਹੜਾ ਸਬਜੈਕਟ ਹੈਗਾ ਉਸ 'ਤੇ ਜੀਓਗ੍ਰਾਫੀ ਦਾ 5th ਨੰਬਰ ਚੈਪਟਰ, ਕਲਾਸ 6 ਹੈਗੀ ਹੈ ਪੰਜਾਬ ਬੋਰਡ ਦੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਰੋਜ਼ ਦੀ ਤਰ੍ਹਾਂ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰਨ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਅਸੀਂ PSTET, CTET, HTET ਅਤੇ ਮਾਸਟਰ ਗ੍ਰੇਡ ਅਤੇ ਹੋਰ ਜਿਹੜੇ ਕੰਪੀਟੀਸ਼ਨ ਐਗਜ਼ਾਮ ਨੇ ਉਹਨਾਂ ਦੀ ਪ੍ਰੀਪਰੇਸ਼ਨ ਕਰਾਉਂਦੇ ਹੈਗੇ। ਸੋ ਇਸ ਲਈ ਜਿਹੜਾ ਚੈਨਲ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਇਸ ਦੇ ਚੈਨਲ ਦੇ ਉੱਪਰ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਅਸੀਂ 6th ਕਲਾਸ ਤੋਂ ਲੈ ਕੇ 12th ਤੱਕ ਦੇ ਇਹ ਆ ਪੰਜਾਬ ਬੋਰਡ ਅਤੇ NCERT ਦੇ ਜਿਹੜੇ ਚੈਪਟਰ ਹੈਗੇ ਉਹਨਾਂ ਨੂੰ ਡਿਸਕਸ ਕਰ ਰਹੇ ਹੈਗੇ, ਤਾਂ ਜੋ ਤੁਸੀਂ ਹਰ ਇੱਕ ਐਗਜ਼ਾਮ ਦੇ ਲਈ ਪ੍ਰੋਪਰ ਜਿਹੜੀ ਬੇਸ ਤੋਂ ਲੈ ਕੇ ਐਂਡ ਤੱਕ ਜਿਹੜੀ ਪ੍ਰੀਪਰੇਸ਼ਨ ਉਹ ਕਰ ਸਕੋ। ਔਰ ਨਾਲ ਹੀ ਜਿਹੜੇ MCQ ਨੇ ਅਸੀਂ ਉਹ ਵੀ ਨਾਲ ਲਾਈਵ ਕਲਾਸਿਸ ਦੇ ਵਿੱਚ ਡਿਸਕਸ ਕਰਦੇ ਜਾਵਾਂਗੇ, ਉਹਨਾਂ ਦੀ ਵੀ ਪ੍ਰੈਕਟਿਸ ਕਰਾਉਂਦੇ ਜਾਵਾਂਗੇ। ਔਰ ਨਾਲ ਹੀ ਜਿਹੜੀਆਂ ਕਲਾਸਿਸ ਨੇਗੀਆਂ ਥਿਊਰੀ ਦੀਆਂ ਉਹ ਵੀ ਅਸੀਂ ਲਗਾਉਂਦੇ ਜਾਵਾਂਗੇ। ਸੋ ਇਸ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ, ਇਸ ਸੰਬੰਧੀ ਜਿਹੜੇ ਸੁਜੈਸ਼ਨ ਦੇਣੇ ਨਾ ਭੁੱਲਿਆ ਕਰੋ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਔਰ ਵੱਧ ਤੋਂ ਵੱਧ ਜਿਹੜੀ ਸ਼ੇਅਰ ਕਰ ਦਿਆ ਕਰੋ ਫਰੈਂਡ ਸਰਕਲ ਦੇ ਵਿੱਚ, ਤਾਂ ਜੋ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਹੈ ਤਾਂ ਲਾਭ ਉਠਾ ਸਕਣ। ਸੋ ਅੱਜ ਦੇ ਸੈਸ਼ਨ ਦੇ ਵਿੱਚ ਸ਼ੁਰੂ ਕਰ ਰਹੇ ਹੈਗੇ ਹਾਂ ਧਰਤੀ ਦੇ ਬ੍ਰਹਿਮੰਡ, ਰੀਅਲਿਜ਼ਮ ਆਫ ਦਾ ਅਰਥ 5th ਚੈਪਟਰ, ਇੰਟਰੋਡਕਸ਼ਨ। ਸੋ ਧਰਤੀ ਦੇ ਬ੍ਰਹਿਮੰਡਲ ਜਿਹੜੇ ਅਲੱਗ-ਅਲੱਗ ਲੇਅਰਸ ਪਾਈਆਂ ਜਾਂਦੀਆਂ ਨੇ, ਠੀਕ ਆ, ਉਸ ਬਾਰੇ ਇਸ ਚੈਪਟਰ ਦੇ ਵਿੱਚ ਡਿਟੇਲ ਦੇ ਨਾਲ ਅਸੀਂ ਡਿਸਕਸ ਕਰਾਂਗੇ। Our Earth is a unique planet in the whole solar system. It is the only known planet which is habitable and which support life. Though sometimes it is supposed that conditions on Mars or another planet in the solar system are also favorable to support some form of life, yet there is no evidence of sustaining life on the Mars. Land, water, air are the three realisms of the Earth which sustain life. ਸੋ ਸਾਡੀ ਅਰਥ ਹੈ ਜਿਹੜੀ ਸੋਲਰ ਸਿਸਟਮ ਦਾ ਇੱਕ ਯੂਨੀਕ ਜਾਂ ਇੱਕ ਵਿਸ਼ੇਸ਼ ਜਿਹੜਾ ਗ੍ਰਹਿ ਹੈਗਾ, ਜਿਸ ਦੇ ਉੱਪਰ ਜੀਵਨ ਜਿਹੜਾ ਸੰਭਵ ਹੈਗਾ, ਮਨੁੱਖੀ ਜੀਵਨ ਜਿਹੜਾ ਉਹ ਵਿਕਸਿਤ ਹੋਇਆ ਹੈਗਾ। ਇਹ ਇੱਕ ਇਸ ਤਰ੍ਹਾਂ ਦਾ ਗ੍ਰਹਿ ਹੈ ਪੂਰੇ ਸੋਲਰ ਸਿਸਟਮ ਦੇ ਵਿੱਚ। ਸੋ ਇਸੇ ਪਲੈਨਟ ਦੇ ਉੱਪਰ ਜਿਹੜੇ ਜੀਵਨ ਸੰਭਵ ਇਸ ਕਰਕੇ ਹੋਇਆ ਕਿਉਂਕਿ ਇੱਥੇ ਜਿਹੜੀ ਹੈਬਿਟੇਬਲ ਜਿਹੜੀ ਕੰਡੀਸ਼ਨ ਹੈਗੀ ਹੈ ਜੀਵਨ ਦੇ ਚਲਾਉਣ ਦੇ ਲਈ, ਜਿਹੜੀ ਕੁਛ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ, ਠੀਕ ਹੈ, ਚਾਹੇ ਹਵਾ ਹੋਊਗੀ, ਚਾਹੇ ਉਹ ਲੈਂਡ ਫਾਰਮਸ ਹੋਊਗੀ, ਉਹ ਸਾਰੇ ਦੇ ਸਾਰੇ ਜਿਹੜੇ ਜ਼ਰੂਰੀ ਹੈਗੇ ਨੇਗੇ ਜਿਹੜੇ ਕਿ ਮਨੁੱਖ ਲਈ। ਸੋ ਇਹ ਅਰਥ ਦੇ ਉੱਪਰ ਜਿਹੜੇ ਮਿਲਦੇ ਨੇ, ਇਸੇ ਕਰਕੇ ਜਿਹੜੀ ਲਾਈਫ ਨੂੰ ਇੱਥੇ ਸਪੋਰਟ ਮਿਲਦੀ ਹੈਗੀ, ਸਹਾਇਤਾ ਮਿਲਦੀ ਹੈ ਜੀਵਨ ਨੂੰ ਚਲਾਉਣ ਦੇ ਲਈ। ਸੋ ਬਹੁਤ ਸਾਰੇ ਇਹੋ ਜਿਹੇ ਹਾਲਾਤ ਨੇਗੇ ਜਿਹੜੇ ਕਿ ਇੱਕ ਹੋਰ ਪਲੈਨਟ ਦੇ ਉੱਪਰ ਪਾਏ ਜਾਂਦੇ ਨੇ, ਜਿਹਨੂੰ ਮਾਰਸ ਕਿਹਾ ਜਾਂਦਾ ਹੈ, ਮੰਗਲ ਗ੍ਰਹਿ ਕਹਿੰਦਾ। ਸੋ ਇਸ ਦੇ ਉੱਪਰ ਵੀ ਕਿਹੜਾ ਜੀਵਨ ਹੋਣ ਦੇ ਚਾਂਸਸ ਜਿਹੜੇ ਉਹ ਕਾਫੀ ਹੱਦ ਤੱਕ ਹੈਗੇ ਨੇਗੇ। ਸੋ ਇਸ ਕਰਕੇ ਇਹਦੀ ਜਿਹੜੀ ਹੈਬਿਟੇਸ਼ਨ ਆ ਉਹ ਵੀ ਅਰਥ ਦੇ ਨਾਲ ਮਿਲਦੀ ਜੁਲਦੀ ਹੈਗੀ ਫੇਵਰੇਬਲ ਹੈਗੀ ਸੋਲਰ ਸਿਸਟਮ ਦੇ ਵਿੱਚ। ਸੋ ਜੇ ਹਜੇ ਤੱਕ ਕੋਈ ਇਸ ਦਾ ਜਿਹੜਾ ਪ੍ਰਮਾਣ ਤਾਂ ਹਾਲੇ ਤੱਕ ਨਹੀਂ ਮਿਲਿਆ ਹੈਗਾ, ਕੋਈ ਐਵੀਡੈਂਸ ਇਸ ਦਾ ਨਹੀਂ ਹੈਗਾ ਜਿਹੜਾ ਸਾਨੂੰ ਇਹ ਸਾਬਤ ਕਰ ਦੇਵੇ ਕਿ ਮੰਗਲ ਗ੍ਰਹਿ ਦੇ ਉੱਪਰ ਜਿਹੜੀ ਲਾਈਫ ਉਹ ਰਹਿ ਸਕਦੀ ਹੈ ਜਾਂ ਜੀਵਤ ਰਹਿ ਸਕਦੀ ਹੈਗੀ ਹੈ। ਧਰਤੀ ਦੀ ਜੇਕਰ ਗੱਲ ਕਰੀਏ ਤਾਂ ਧਰਤੀ ਦੇ ਉੱਪਰ ਲੈਂਡ, ਵਾਟਰ, ਏਅਰ ਜਿਹੜੇ ਉਹ ਅਵੇਲੇਬਲ ਨੇ, ਜਿਹੜੀ ਕਿ ਲਾਈਫ ਨੂੰ ਚਲਾਉਣ ਦੇ ਲਈ, ਜਿਉਣ ਦੇ ਲਈ ਜਿਹੜੇ ਹੈਲਪਫੁਲ ਨੇ। ਬਟ ਜਿਹੜਾ ਮਾਰਸ ਆ ਉਹਦੇ ਉੱਪਰ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਜਿਹੜੀ ਉਹ ਨਹੀਂ ਮਿਲੀ। ਬਟ ਰਿਸਰਚਰ ਜਿਹੜੇ ਨੇ ਉਹ ਖੋਜ ਦੇ ਵਿੱਚ ਲੱਗੇ ਹੋਏ ਨੇ ਕਿ ਇਸ ਦੇ ਉੱਪਰ ਕੁਛ ਨਾ ਕੁਛ ਜਿਹੜਾ ਜ਼ਰੂਰ ਖੋਜਿਆ ਜਾਵੇ ਜਿਸ ਦੇ ਨਾਲ ਜੀਵਨ ਹੈ ਉੱਥੇ ਸੰਭਵ ਹੋ ਸਕੇ। The landmass of the solid crust of the earth is called lithosphere, while the vast water masses include oceans and seas called the hydrosphere, and the realism of the air that surrounding the earth is called atmosphere. ਸੋ ਲੈਂਡ ਮਾਸ ਜਾਂ ਸੋਲਿਡ ਜਿਹੜੀ ਕਰਸਟ ਹੈਗੀ ਅਰਥ ਦੀ, ਜਿਹੜੀ ਕਿ ਉੱਪਰਲੀ ਪਰਤ ਅਸੀਂ ਕਹਿ ਸਕਦੇ ਹਾਂ, ਉਸ ਨੂੰ ਲਿਥੋਸਫੀਅਰ ਕਿਹਾ ਜਾਂਦਾ ਹੈਗਾ ਗਾ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਅਸੀਂ ਥਲ ਮੰਡਲ ਵੀ ਕਹਿ ਸਕਦੇ ਹੈਗੇ ਹਾਂ। ਅਤੇ ਇਹ 29% ਜਿਹੜਾ ਹੈਗਾ ਲਿਥੋਸਫੀਅਰ, ਜਿਹੜੇ ਵਿੱਚ ਥਲ ਮੰਡਲ ਹੈਗਾ ਗਾ, ਯਾਨੀ ਕਿ ਜਿਹੜੀ ਧਰਤੀ ਹੈਗੀ ਕਰਸਟ ਜਿਹੜੀ ਹੈਗੀ ਸੋਲਿਡ ਮੈਟਰ ਜਿਹੜਾ ਹੈਗਾ ਗਾ। ਐਂਡ ਵਾਟਰ ਮਾਸ ਇਨਕਲੂਡ ਓਸ਼ਨਸ ਐਂਡ ਸੀਜ਼। ਸੋ ਜਿਹੜੇ ਵਾਟਰ ਦੇ ਜਿਸ ਦੇ ਵਿੱਚ ਵਾਟਰ ਹੋ ਜਾਂਦਾ ਹੈਗਾ, ਓਸ਼ਨਸ ਹੋ ਗਏ, ਸੀਜ਼ ਹੋ ਗਏ, ਜਿਸ ਦੇ ਵਿੱਚ ਸ਼ਾਮਲ ਹੁੰਦੇ, ਉਸ ਨੂੰ ਹਾਈਡਰੋਸਫੀਅਰ ਕਿਹਾ ਜਾਂਦਾ ਹੈ। ਅਤੇ ਹਾਈਡਰੋਸਫੀਅਰ ਜਿਹੜਾ ਉਹ 71% ਹੈਗਾ ਗਾ ਪੂਰੇ ਗਲੋਬ ਦਾ।
ਪੂਰੀ ਧਰਤੀ ਤੋਂ, ਠੀਕ ਹੈ। ਔਰ ਜਿਸ ਜਗ੍ਹਾ ਦੇ ਵਿੱਚ ਏਅਰ ਮੌਜੂਦ ਹੈਗੀ ਉਸ ਚੀਜ਼ ਨੂੰ ਐਟਮੋਸਫੀਅਰ ਕਿਹਾ ਜਾਂਦਾ ਹੈ। ਸੋ ਇਹ ਤਿੰਨੇ ਚੀਜ਼ਾਂ ਤੁਸੀਂ ਯਾਦ ਰੱਖਣ ਯੋਗ ਨੇਗੀਆਂ। ਥਲ ਮੰਡਲ ਹੈ ਜਿਹੜਾ ਕਿ ਲਿਥੋਸਫੀਅਰ ਦੇ ਨਾਲ ਜਾਣਿਆ ਜਾਂਦਾ ਹੈ। ਇਸ ਦੇ ਵਿੱਚ ਲੈਂਡ ਮਾਸ ਮਿਲਦੇ ਨੇ, ਸੋਲਿਡ ਕਰਸਟ ਮਿਲਦੀ ਹੈਗੀ। ਹਾਈਡਰੋਸਫੀਅਰ ਹੈ ਜਿਸ ਦੇ ਵਿੱਚ ਓਸ਼ਨਸ ਸੀਸ ਅਵੇਲੇਬਲ ਨੇ, ਯਾਨੀ ਕਿ ਵਾਟਰ ਜਿਹੜੀ ਇਸ ਦੇ ਵਿੱਚ ਉਪਲਬਧ ਨੇਗੀ। ਜਿਹੜੀ ਏਅਰ ਹੈ ਜਿੱਥੇ ਉਪਲਬਧ ਹੈ ਉਸ ਨੂੰ ਐਟਮੋਸਫੀਅਰ ਦੇ ਨਾਮ ਨਾਲ ਜਾਣਿਆ ਹੈ, ਯਾਨੀ ਕਿ ਐਟਮੋਸਫੀਅਰ ਦੇ ਵਿੱਚ ਏਅਰ ਦਾ ਜਿਹੜਾ ਜ਼ਿਆਦਾ ਘਣਤਵ ਹੁੰਦਾ ਹੈ। ਸੋ ਫਸਟ ਆ ਜਾਂਦਾ ਹੈ ਲਿਥੋਸਫੀਅਰ, ਮੀਨਸ ਥਲ ਮੰਡਲ। Litho means stones and such lithosphere means solid crust of the earth। ਸੋ ਲਿਥੋ ਦਾ ਮੀਨਿੰਗ ਜਿਹੜਾ ਹੈ ਉਹ ਸਟੋਨ ਹੈਗਾ ਗਾ, ਠੀਕ ਹੈ, ਸਖਤ ਪੱਥਰ ਹੈਗਾ, ਯਾਨੀ ਮਤਲਬ ਕਿ ਸੋ ਇਸੇ ਸਖਤ ਪੱਥਰ ਤੋਂ ਹੀ ਜਿਹੜੀ ਲਿਥੋਸਫੀਅਰ ਹੈ, ਜਿਹੜੀ ਸਾਡੀ ਸੋਲਿਡ ਕਰਸਟ ਹੈਗੀ ਅਰਥ ਦੀ, ਉਹ ਬਣੀ ਹੋਈ ਹੈਗੀ ਸਖਤ ਪੱਥਰ ਤੋਂ। ਸੋ ਇਸੇ ਕਰਕੇ ਇਸ ਨੂੰ ਲਿਥੋਸਫੀਅਰ ਜਿਹੜਾ ਕਿਹਾ ਜਾਂਦਾ ਹੈਗਾ। ਇਟ ਇਨਕਲੂਡ ਆਲ ਟਾਈਪਸ ਆਫ ਲੈਂਡ ਮਾਸ, ਬਿਗ ਔਰ ਸਮੈਲ, even high mountain and deep valleys, vast plains and plateaus etc। ਸੋ ਇਸ ਸਾਰੇ ਥਲ ਸਿਸਟਮ ਦੇ ਵਿੱਚ, ਥਲ ਮੰਡਲ ਦੇ ਵਿੱਚ ਜਿਹੜੇ ਅਸੀਂ ਗੱਲ ਕਰੀਏ ਲੈਂਡ ਮਾਸ ਮਿਲਦੇ ਨੇਗੇ ਛੋਟੇ ਅਤੇ ਵੱਡੇ, ਠੀਕ ਹੈ, ਉਗੜ ਦੁਗੜ ਜਿਹੜੇ ਬੱਦਰ ਹੈਗੇ ਨੇਗੇ, ਠੀਕ ਹੈ, ਔਰ ਈਵਨ ਔਰ ਅਨਈਵਨ ਜਿਹੜੇ ਹੈਗੇ ਨੇਗੀਆਂ, ਠੀਕ ਹੈ, ਉਸ ਤਰ੍ਹਾਂ ਦੇ ਉਗੜ ਦੁਗੜ ਜਿਹੜੇ ਹੋਰ ਮਟੀਰੀਅਲ ਇੱਥੇ ਪਾਇਆ ਜਾਂਦਾ ਹੈਗਾ। ਹਾਈ ਮਾਊਂਟੇਨ ਉੱਚੇ ਮਾਊਂਟੇਨ ਪਾਏ ਜਾਂਦੇ ਹੈਗੇ ਕਿ ਡੂੰਘੀਆਂ ਖਾਈਆਂ ਜਿਹੜੀਆਂ ਇੱਥੇ ਪਾਈਆਂ ਜਾਂਦੀਆਂ ਨੇਗੀਆਂ, ਵੱਡੇ ਪਲੇਨ ਮੈਦਾਨੀ ਜਿਹੜੇ ਏਰੀਏ ਪਾਏ ਜਾਂਦੇ ਨੇ, ਅਤੇ ਪਠਾਰ ਜਿਹੜੇ ਉਹ ਲਿਥੋਸਫੀਅਰ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਕਿ ਥਲ ਮੰਡਲ ਦੇ ਵਿੱਚ ਉਪਲਬਧ ਹੈਗੇ ਨੇ ਕਿ ਹਾਈਟ ਆਫ ਦਿਸ ਲੈਂਡ ਮਾਸ ਆਰ ਮੇਜਰਡ ਫਰੋਮ ਦਾ ਸੀ ਲੈਵਲ। ਸੋ ਜਿਹੜੇ ਇਹ ਸਾਰੇ ਲੈਂਡ ਫਾਰਮ ਨੇਗੇ, ਚਾਹੇ ਉਹ ਮਾਊਂਟੇਨ ਹੈ, ਚਾਹੇ ਪਲੇਟੂਸ ਆ, ਚਾਹੇ ਉਹ ਡੀਪ ਹੈ, ਅਤੇ ਚਾਹੇ ਉਹ ਪਲੇਨਸ ਨੇ। ਸੋ ਇਹਨਾਂ ਦੀ ਜਿਹੜੀ ਹਾਈਟ ਮਾਪਣ ਦਾ ਏਰੀਆ ਹੁੰਦਾ ਉਹ ਸੀ ਲੈਵਲ ਤੋਂ ਹੁੰਦਾ ਹੈ। ਤੁਸੀਂ ਅਕਸਰ ਜਦੋਂ ਕਿਤੇ ਜਾਂਦੇ ਹੋ ਟ੍ਰੇਨ ਦੇ ਵਿੱਚ ਜਾਂ ਰੋਡ ਦੇ ਕ੍ਰੋਸ ਕਰਦੇ ਹੋ, ਉੱਥੇ ਸੀ ਲੈਵਲ ਲਿਖਿਆ ਹੁੰਦਾ ਹੈ ਕਿ ਸੀ ਲੈਵਲ ਤੋਂ ਜਿਹਦੀ ਉਚਾਈ ਇੰਨੀ ਹੈ, ਯਾਨੀ ਕਿ ਉਹ ਜਿਹੜੀ ਐਂਡ ਪੁਆਇੰਟ ਹੈ ਧਰਤੀ ਦਾ ਉੱਥੋਂ ਸ਼ੁਰੂ ਕੀਤਾ ਹੁੰਦਾ, ਉਸ ਨੂੰ ਅਸੀਂ ਸੀ ਲੈਵਲ ਕਹਿੰਦੇ ਹਾਂ। ਕਿ ਇੰਪੋਰਟੈਂਟ ਹੈਗਾ, ਸੋ ਇਸ ਨੂੰ ਜ਼ਰੂਰ ਯਾਦ ਰੱਖਣਾ। ਐਸ all ocean of the world are connected with the one another, so the level of sea water remain the same almost everywhere। ਸੋ ਜਿਹੜੇ ਸਾਰੇ ਸਮੁੰਦਰ ਨੇ ਉਹ ਜੇ ਗੱਲ ਕਰੀਏ ਅਸੀਂ ਹੇਠਾਂ ਤੋਂ, ਠੀਕ ਹੈ, ਹੇਠਾਂ ਤੋਂ ਇੱਕ ਦੂਸਰੇ ਦੇ ਨਾਲ ਉਹ ਜੁੜੇ ਹੋਏ ਨੇਗੇ, ਅਤੇ ਸਮੁੰਦਰੀ ਸਤ੍ਹਾ ਤੋਂ ਲਗਭਗ ਸਾਰਿਆਂ ਦੀ ਜਿਹੜੀ ਹਾਈਟ ਹੈਗੀ, ਠੀਕ ਹੈ, ਨਿਮਾਣ ਜਾਂ ਹਾਈਟ ਹੈਗੀ ਆ, ਉਹ ਇੱਕੋ ਜਿਹੀ ਪਾਈ ਜਾਂਦੀ ਹੈਗੀ ਨੀਚੇ ਤੋਂ, ਠੀਕ ਹੈ। We can even measure high peak Mount Everest 8848 ਮੀਟਰ ਹਾਈਟਸ। ਸੋ ਇੱਥੋਂ ਤੱਕ ਕਿ ਜੇਕਰ ਅਸੀਂ ਗੱਲ ਕਰੀਏ ਹਾਈਐਸਟ ਪੀਕ, ਜਿਹੜਾ ਹਾਈਐਸਟ ਪੁਆਇੰਟ ਜਿਹੜਾ ਹੈਗਾ ਪਰਬਤ ਹੈਗਾ, ਉੱਚੀ ਚੋਟੀ ਆ, ਉਹ ਮਾਊਂਟ ਐਵਰੈਸਟ ਹੈ, ਜਿਹੜੀ ਕਿ ਨੇਪਾਲ ਦੇ ਵਿੱਚ ਪਾਈ ਜਾਂਦੀ ਹੈ। ਸੋ ਇਹ ਪੁਆਇੰਟ ਵੀ ਇੰਪੋਰਟੈਂਟ ਹੈ। ਮਾਊਂਟ ਐਵਰੈਸਟ ਸਭ ਤੋਂ ਉੱਚੀ ਹੈ ਪੂਰੀ ਵਿਸ਼ਵ ਦੀ, 8848 ਮੀਟਰ ਹਾਈਟ ਦੀ। ਔਰ ਡੀਪੈਸਟ ਜਿਹੜਾ ਪੁਆਇੰਟ ਹੈ, ਟ੍ਰਿੰਚਸ ਹੈ ਜਿਹੜਾ, ਉਹ ਮਰੀਨਾ ਟ੍ਰਿੰਚਸ ਹੈਗੀ ਹੈ, ਜਿਹੜੀ ਕਿ 10,911 ਮੀਟਰਸ ਹੈਗੀ ਆ, ਠੀਕ ਹੈ, ਫਰੋਮ ਟੂ ਸੀ ਲੈਵਲ। ਸੋ ਇਹ ਦੋਨੋਂ ਹੀ ਜਿਹੜੀਆਂ ਹੈਗੀਆਂ ਨੇ ਸੀ ਲੈਵਲ ਤੋਂ ਹੀ ਮਿੱਥੀਆਂ ਗਈਆਂ ਨੇਗੀਆਂ। ਸੋ ਜਿਹੜੀ ਮਰੀਨਾ ਖਾਈ ਹੈਗੀ, ਇਹ ਵੀ ਇੰਪੋਰਟੈਂਟ ਹੈ ਕਿ ਸਭ ਤੋਂ ਡੂੰਘੀ ਜਿਹੜੀ ਖਾਈ ਆ ਉਹ ਮਰੀਨਾ ਖਾਈ ਹੈ, 10,911 ਮੀਟਰ ਜਿਹੜੀ ਡੂੰਘੀ ਹੈ। ਔਰ ਜਿਹੜੀ ਮਾਊਂਟ ਐਵਰੈਸਟ ਆ ਉਹ 8848 ਮੀਟਰ ਉੱਚੀ ਹੈਗੀ ਹੈ, ਔਰ ਸੀ ਲੈਵਲ ਤੋਂ ਇਹਨਾਂ ਨੂੰ ਜਿਹੜਾ ਮੇਜਰ ਕੀਤਾ ਗਿਆ ਹੈਗਾ ਦੋਨਾਂ ਨੂੰ। ਨੈਕਸਟ ਆਉਂਦਾ ਲੈਂਡ ਫਾਰਮਸ। Let's us see some major landform of the lithosphere. The landform on the Earth's surface can be divided into three main categories: mountains, plateaus and plains। ਸੋ ਲੈਂਡਫਾਰਮ ਨੇਗੇ ਜਿਹੜੇ ਕਿ ਲਿਥੋਸਫੀਅਰ ਦੇ ਵਿੱਚ ਅਲੱਗ-ਅਲੱਗ ਦ੍ਰਿਸ਼ ਭੂਕਰਤੀਆਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਅਸੀਂ ਲੈਂਡਫਾਰਮਸ ਦੇ ਨਾਮ ਨਾਲ ਜਾਣਦੇ ਨੇ। ਸੋ ਇਹ ਤਿੰਨ ਤਰ੍ਹਾਂ ਦੇ ਨੇ, ਮਾਊਂਟੇਨਸ ਆ ਜਾਂਦੇ ਹੈ, ਪਲੇਟੂਸ ਆ ਜਾਂਦੇ ਨੇ, ਐਂਡ ਪਲੇਨਸ ਆ ਜਾਂਦੇ ਨੇ। ਸੋ ਇਹਨਾਂ ਬਾਰੇ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਸੋ ਫਸਟ ਆ ਜਾਂਦਾ ਮਾਊਂਟੇਨਸ। ਮਾਊਂਟੇਨਸ ਮਤਲਬ ਪਹਾੜ ਜਿਹੜੇ ਹੈਗੇ ਨੇ। ਇਹ ਮਾਸ ਆਫ ਲੈਂਡ considerably higher than the surrounding area, have steep side and conical tops, is called mountain। ਸੋ ਪਹਾੜ ਜਿਹੜੇ ਉਹ ਥਲ ਰੂਪ ਹੁੰਦੇ ਹੈਗੇ ਨੇ, ਜੋ ਆਪਣੇ ਆਲੇ ਦੁਆਲੇ ਦੇ ਏਰੀਏ ਦੇ ਨਾਲੋਂ ਕੀ ਹੁੰਦੇ ਹੈਗੇ, ਸਟੈਪ ਸਾਈਡ ਹੁੰਦੇ ਹੈਗੇ ਆ, ਕੋਨੀਕਲ ਪੋਪ ਦੇ ਵਿੱਚ ਹੁੰਦੇ ਹੈਗੇ ਨੇ, ਯਾਨੀ ਕਿ
ਆਲੇ ਦੁਆਲੇ ਦੇ ਸਥਾਨਾਂ ਤੋਂ ਉੱਚੇ ਕਹਿ ਸਕਦੇ ਹਾਂ, ਔਰ ਵੱਖੀਆਂ ਤੋਂ ਢਲਾਣਦਾਰ ਹੁੰਦੇ ਹੈਗੇ ਨੇਗੇ, ਅਤੇ ਉੱਪਰਲੇ ਸਿਰੇ ਜਿਹੜੀ ਉਹ ਤਿਕੋਣੇ ਬਿਲਕੁਲ ਤਿੱਖੇ ਜਿਹੜੇ ਹੁੰਦੇ ਹੈਗੇ ਨੇ, ਯਾਨੀ ਕਿ ਕੋਨੀਕਲ ਟੌਪਸ ਹੁੰਦੇ ਹੈਗੇ ਨੇ। ਸੋ ਇਹ ਜਦੋਂ ਇਸ ਤਰ੍ਹਾਂ ਦਾ ਕਿਤੇ ਦ੍ਰਿਸ਼ ਮਿਲਦਾ ਹੈ ਤਾਂ ਉਸਨੂੰ ਅਸੀਂ ਮਾਊਂਟੇਨ ਦੇ ਨਾਮ ਨਾਲ ਪੁਕਾਰਦੇ ਹਾਂ। ਦ ਮਾਊਂਟੇਨ ਯੂਜ਼ਲੀ ਐਕੁਆਰ ਇਨ ਦ ਚੇਨ, ਦਿਸ ਇਜ਼ ਕਾਲਡ ਮਾਊਂਟੇਨ ਰੇਂਜ। ਸੋ ਜਦੋਂ ਕਿਤੇ ਮਾਊਂਟੇਨ ਦੀ ਜਿਹੜੀ ਇਕੱਠੀ ਸੀਰੀਜ਼ ਮਿਲਦੀ ਹੈਗੀ, ਠੀਕ ਆ, ਕਾਫੀ ਲੰਮੇ ਏਰੀਏ ਤੇ ਠੀਕ ਆ, 1000-2000 ਕਿਲੋਮੀਟਰ ਦੇ ਇਕੱਠੇ ਜਿਹੜੇ ਮਾਊਂਟੇਨ ਚੱਲਦੇ ਰਹਿੰਦੇ ਹੈਗੇ ਨੇਗੇ, ਜਾਂ 100-200 ਕਿਲੋਮੀਟਰ, ਤਾਂ ਉਸ ਨੂੰ ਅਸੀਂ ਮਾਊਂਟੇਨ ਰੇਂਜ ਦੇ ਨਾਮ ਨਾਲ ਜਾਂਦੇ ਹਾਂ ਜਦੋਂ ਇਕੱਠੇ ਹੋ ਜਾਂਦੇ ਆ। ਦ ਮੇਜਰ ਮਾਊਂਟੇਨ ਸਿਸਟਮ ਇਨ ਆਫ ਦਾ ਵਰਲਡ ਆਰ ਮੇਡ ਅਪ ਸੈਡੀਮੈਂਟਰੀ ਰੌਕਸ ਐਂਡ ਦੇ ਆਰ ਜੰਗ ਫੋਲਡ ਮਾਊਂਟੇਨ। ਸੋ ਜਿਹੜੇ ਮੇਨ ਮਾਊਂਟੇਨ ਨੇਗੇ ਪੂਰੇ ਵਿਸ਼ਵ ਦੇ ਵਿੱਚ, ਤਾਂ ਉਹ ਸੈਡੀਮੈਂਟਰੀ ਰੌਕਸ ਨੇ, ਜਿਹੜੀਆਂ ਅਗਨੀ ਚਟਾਨਾਂ ਨੇ, ਉਹਨਾਂ ਤੋਂ ਬਣੇ ਹੋਏ ਹੈਗੇ ਨੇਗੇ, ਜਾਂ ਅਸੀਂ ਅਗਨੀ ਚਟਾਨਾਂ ਨੂੰ ਅਸੀਂ ਤਹਿਦਾਰ ਚਟਾਨਾਂ ਵੀ ਕਹਿ ਸਕਦੇ ਹੈਗੇ। ਠੀਕ ਹੈ, ਔਰ ਇਹ ਸਾਰੇ ਦੇ ਸਾਰੇ ਜਿਹੜੇ ਫੋਲਡ ਮਾਊਂਟੇਨ ਨੇਗੇ, ਫੋਲਡ ਜੰਗ ਮਾਊਂਟੇਨ ਨੇਗੇ, ਨਵੇਂ ਬਲਣ ਜਿਹੜੇ ਪਰਬਤ ਨੇਗੇ, ਯਾਨੀ ਕਿ ਨਵੀਂ ਹਲੇ ਉੱਪਰ ਰਹੇ ਨੇ, ਹੋਰ ਉੱਪਰ ਉੱਠਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਇਹ ਲੱਗੇ ਹੋਏ ਨੇ। ਸੋ ਪੂਰੇ ਵਿਸ਼ਵ ਦੇ ਵਿੱਚ ਜੇਕਰ ਫੇਮਸ ਮਾਊਂਟੇਨ ਰੇਂਜ ਦੀ ਗੱਲ ਕਰੀਏ ਤਾਂ ਉਹ ਹੈਗੇ ਨੇਗੇ ਰੌਕੀਜ਼ ਇਨ ਨਾਰਥ ਅਮਰੀਕਾ। ਸੋ ਫੇਮਸ ਨੇਗੇ ਪੂਰੇ ਰੌਕੀਜ਼ ਮਾਊਂਟੇਨ ਨੇ ਨਾਰਥ ਅਮਰੀਕਾ ਦੇ ਵਿੱਚ। ਐਂਡੀਜ਼ ਜਿਹੜੇ ਹੈਗੇ ਨੇ ਉਹ ਸਾਊਥ ਅਮਰੀਕਾ ਦੇ ਵਿੱਚ ਪਾਏ ਜਾਂਦੇ ਹੈਗੇ ਨੇਗੇ। ਹਿਮਾਲਿਆ ਇਨ ਦਾ ਏਸ਼ੀਆ। ਸੋ ਹਿਮਾਲਿਆ ਸਭ ਤੋਂ ਉੱਚੇ ਜਿਹੜੇ ਮਾਊਂਟੇਨ ਨੇ ਉਹ ਏਸ਼ੀਆ ਦੇ ਵਿੱਚ ਪਾਏ ਜਾਂਦੇ ਨੇ। ਐਟਲਸ ਮਾਊਂਟੇਨ ਨੇ ਜਿਹੜੇ ਉਹ ਅਫਰੀਕਾ ਦੇ ਵਿੱਚ ਪਾਏ ਜਾਂਦੇ ਨੇ। ਐਲਪਸ ਜਿਹੜੇ ਹੈਗੇ ਨੇ ਉਹ ਯੂਰਪ ਦੇ ਵਿੱਚ ਪਾਏ ਜਾਂਦੇ ਆ। ਗ੍ਰੇਟ ਵੈਡਿੰਗ ਰੇਂਜ ਆਫ ਆਸਟ੍ਰੇਲੀਆ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਗ੍ਰੇਟ ਰੇਂਜਸ ਪਾਈਆਂ ਜਾਂਦੀਆਂ ਨੇਗੀਆਂ, ਜਿਹੜੀ ਕਿ ਮੇਜਰ ਮਾਊਂਟੇਨ ਸਿਸਟਮ ਨੇਗੇ ਪੂਰੇ ਵਿਸ਼ਵ ਦੇ। ਸੋ ਇਹ ਵੀ ਯਾਦ ਰੱਖਣਯੋਗ ਨੇ। ਸੋ ਇਹ ਬਹੁਤ ਸਾਰੇ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਕਿ ਕਿਹੜੇ ਮਾਊਂਟੇਨ ਕਿਹੜੀ ਕਿਹੜੇ ਕੰਟੀਨੈਂਟ ਦੇ ਵਿੱਚ ਜਾਂ ਕਿਹੜੀ ਕੰਟਰੀ ਦੇ ਵਿੱਚ ਪਾਏ ਜਾਂਦੇ, ਤਾਂ ਤੁਸੀਂ ਇੱਥੋਂ ਜਿਹੜਾ ਉਹਨਾਂ ਨੂੰ ਦੱਸ ਸਕਦੇ ਹੈਗੇ ਆ। ਨੈਕਸਟ ਆ ਜਾਂਦਾ, ਸੋ ਇਹ ਮਾਊਂਟੇਨ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਆਲੇ ਦੁਆਲੇ ਦੇ ਏਰੀਏ ਦੇ ਨਾਲੋਂ ਇਹ ਉੱਚੇ ਨੇ ਹੈਗੇ, ਔਰ ਜਿਹੜੀਆਂ ਵੱਖੀਆਂ ਤੁਸੀਂ ਗੱਲ ਕਰਦੇ ਸੀਗੇ, ਠੀਕ ਆ, ਉਹ ਇਸ ਤਰੀਕੇ ਦੇ ਨਾਲ ਢਲਾਣਦਾਰ ਨੇ, ਔਰ ਉੱਪਰਲੀ ਸਾਈਡ ਜਿਹੜੀ ਉਹ ਕੋਨੀਕਲ ਆ ਜਾਂਦੀ ਹੈਗੀ, ਯਾਨੀ ਕਿ ਤਿੱਖੀ ਆ ਜਾਂਦੀ ਹੈ ਢਲਾਣ। ਨੈਕਸਟ ਆਉਂਦਾ ਹੈ ਪਲੇਟੂ। ਪਲੇਟੂ ਨੂੰ ਅਸੀਂ ਪਠਾਰ ਕਹਿ ਦਿੰਦੇ ਹੈਗੇ ਹਾਂ। ਦ ਪਲੇਟੂ ਇਜ਼ a broad and level stretches of land rising abruptly from the surrounding region. Plateaus are called the tableland. ਸੋ ਜਿਹੜੇ ਪਲੇਟੂਜ਼ ਹੁੰਦੇ ਹੈਗੇ ਨੇਗੇ ਉਹ ਆਪਣੇ ਆਲੇ ਦੁਆਲੇ ਖੇਤਰ ਤੋਂ ਇੱਕਦਮ ਉੱਚੇ ਅਤੇ ਸਿਖਰਾਂ ਵਾਲੇ ਭੂ-ਭਾਗ ਦੇ ਰੂਪ ਦੇ ਵਿੱਚ ਵਿਕਸਿਤ ਹੁੰਦੇ ਹੈਗੇ ਨੇਗੇ। ਆਪਣੇ ਆਲੇ ਦੁਆਲੇ ਦੇ ਏਰੀਏ ਦੇ ਨਾਲ ਇੱਕਦਮ ਉਚਾਈ ਦੇ ਵਿੱਚ ਹੁੰਦੇ ਨੇਗੇ। ਇਸ ਤਰੀਕੇ ਦੇ ਨਾਲ ਨਹੀਂ ਹੁੰਦੇ, ਉਹ ਬਿਲਕੁਲ ਇਸ ਤਰੀਕੇ ਨਾਲ ਜਿਹੜੇ ਸਾਨੂੰ ਮਿਲਦੇ ਹੈਗੇ ਨੇਗੇ ਪਲੇਟੂਸ। ਬਟ ਮਾਊਂਟੇਨ ਜਿਹੜੇ ਸਾਨੂੰ ਇਸ ਤਰੀਕੇ ਦੇ ਨਾਲ ਢਲਾਣ ਦੇ ਨਾਲ ਮਿਲਦੇ ਹੈਗੇ ਨੇ, ਬਟ ਇਹਦੇ ਵਿੱਚ ਜਿਹੜੀ ਢਲਾਣ ਉਹ ਅਵੇਲੇਬਲ ਨਹੀਂ ਹੁੰਦੀ ਹੈਗੀ। ਸੋ ਪਲੇਟੂ ਨੂੰ ਜਿਹੜਾ ਟੇਬਲ ਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਾਂ ਕਈ ਵਾਰ ਇਸ ਤਰ੍ਹਾਂ ਦਾ ਸਵਾਲ ਆਉਂਦਾ ਕਿ ਟੇਬਲ ਲੈਂਡ ਕੀ ਹੈ, ਤਾਂ ਉਹਦਾ ਮਤਲਬ ਹੈ ਪਲੇਟੂਸ। ਠੀਕ ਹੈ, ਸਮ ਆਫ ਦਾ ਇੰਪੋਰਟੈਂਟ ਪਲੇਟੂਸ ਆਫ ਦਾ ਵਰਲਡ। ਸੋ ਦੱਖਣ ਦਾ ਜਿਹੜਾ ਪਲੇਟੂ ਆ ਉਹ ਇੰਡੀਆ ਦੇ ਵਿੱਚ ਆ, ਸਭ ਨੂੰ ਹੀ ਪਤਾ ਹੈ। ਸੋ ਦੱਖਣ ਦਾ ਪਠਾਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਸੋ ਇਹ ਇੰਡੀਆ ਦੇ ਵਿੱਚ ਹੈ, ਸਭ ਤੋਂ ਵੱਡਾ ਪਠਾਰ ਅਸੀਂ ਕਹਿ ਦਿੰਦੇ ਹਾਂ। ਅਪਲਾਂਸ਼ੀਅਨ ਪਲੇਟੂ ਇਨ ਦਾ ਨਾਰਥ ਅਮਰੀਕਾ। ਅਪਲਾਂਸ਼ੀਅਨ ਮਾਊਂਟੇਨ ਜਿਹੜਾ ਪਲੇਟੂ ਆ ਉਹ ਨਾਰਥ ਅਮਰੀਕਾ ਦੇ ਵਿੱਚ ਆਉਂਦਾ। ਪਲੇਟੂ ਆਫ ਸੈਂਟਰਲ ਅਫਰੀਕਾ, ਸੋ ਇਹ ਅਫਰੀਕਾ ਦੇ ਵਿੱਚ ਆਉਂਦਾ। ਤਿੱਬਤੀਅਨ ਪਲੇਟੂਸ ਜਿਹੜਾ ਇਹ ਵੀ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈਗਾ। ਸੋ ਇਹਨਾਂ ਨੂੰ ਯਾਦ ਰੱਖਣ ਯੋਗ ਗੱਲਾਂ ਨੇ ਇਹ ਪਲੇਟੂਸ। ਸੋ ਇਹ ਇੱਕ ਐਗਜ਼ਾਮਪਲ ਹੈ ਕਿ ਜਿਹੜੇ ਪਲੇਟੂਸ ਆ ਉਹ ਇੱਕ ਤਰੀਕੇ ਨਾਲ ਇਸ ਤਰੀਕੇ ਟੇਬਲ ਦੇ ਨਾਲ ਹੁੰਦੇ ਨੇ, ਔਰ ਇੱਕ ਖੜਵੀਂ ਢਲਾਣ ਦੇ ਵਿੱਚ ਹੁੰਦੇ ਨੇ, ਨਾ ਕਿ ਢਲਾਣ ਦੇ ਵਿੱਚ। ਠੀਕ ਹੈ, ਖੜਵੀਂ ਹੁੰਦੇ ਹੈਗੇ ਨੇ। ਸੋ ਇੱਕ ਟੇਬਲ ਦੇ ਰੂਪ ਦੇ ਵਿੱਚ ਇਹ ਤੁਹਾਨੂੰ ਦਿਖ ਰਿਹਾ ਹੈਗਾ। ਸੋ ਇਸੇ ਨੂੰ ਹੀ ਪਲੇਟੂਸ ਕਿਹਾ ਜਾਂਦਾ ਹੈ। ਨੈਕਸਟ ਆਉਂਦਾ ਹੈ ਪਲੇਨ। ਪਲੇਨ ਮਤਲਬ ਮੈਦਾਨ। Plains are the relatively flat stretch of land that are not very high above sea level. Most of the plains are made by the silt deposited by the river flowing down the mountains. These are the most densely populated region of the world because plains are very fertile. Constructions of transport network is easy. They are model of human activities. They are the cradle of the most civilization. Example for Indus civilization, Mesopotamia and Chinese civilization, etc. all the starting along the river valleys. ਸੋ ਮਾਊਂਟੇਨ ਜਿਹੜੇ ਹੁੰਦੇ ਪਲੇਨ ਏਰੀਏ ਜਿਹੜੇ ਹੁੰਦੇ ਹੈਗੇ ਨੇ, ਸੋ ਇਹ ਕੀ ਹੁੰਦੇ ਹੈਗੇ ਨੇਗੇ, ਮੈਦਾਨ ਹੁੰਦੇ ਨੇਗੇ, ਪੱਧਰੇ ਹੁੰਦੇ ਹੈਗੇ ਨੇਗੇ, ਫਲੈਟ ਦੇ ਰੂਪ ਦੇ ਵਿੱਚ ਮਿਲਦੇ ਹੈਗੇ ਨੇ,
ਔਰ ਸਮੁੰਦਰ ਤਲ ਤੋਂ ਜਿਹੜੇ ਇਹ ਜ਼ਿਆਦਾ ਅਸੀਂ ਗੱਲ ਕਰੀਏ ਉੱਚੇ ਨਹੀਂ ਹੁੰਦੇ ਕਿਸੇ ਲੈਵਲ ਤੋਂ। ਔਰ ਜਿਹੜੇ ਜ਼ਿਆਦਾਤਰ ਪਲੈਨ ਜਾਂ ਮੈਦਾਨ ਬਣੇ ਹੋਏ ਨੇਗੇ ਉਹ ਡੈਪੋਜੀਸ਼ਨ ਦੇ ਦੁਆਰਾ ਬਣੇ ਹੋਏ ਨੇਗੇ, ਜਾਣੀ ਕਿ ਰਿਵਰਸ ਜਿਹੜੀਆਂ ਆਉਂਦੀਆਂ ਨੇਗੀਆਂ ਮਾਊਂਟੇਨ ਦੇ ਵੱਲੋਂ, ਜਾਣੀ ਕਿ ਜਿਹੜੀਆਂ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰੀਏ ਸਾਡੇ ਪਲੈਨ ਦੀ ਪੰਜਾਬ ਦੇ ਤੜੇ ਹਿਮਾਲਿਆ ਮਾਊਂਟੇਨ ਦੇ ਵਿੱਚੋਂ ਰਿਵਰਸ ਆਉਂਦੀਆਂ ਨੇ, ਉਹ ਆਪਣੇ ਨਾਲ ਕਾਫੀ ਸਾਰੇ ਜਿਹੜਾ ਡੈਪੋਜੀਸ਼ਨ ਮਟੀਰੀਅਲ ਮਿੱਟੀ ਵਗੈਰਾ ਧੂੜ ਕਣ ਜਿਹੜੇ ਹੁੰਦੇ ਨੇ ਉਹ ਲਿਆ ਕੇ ਕੀ ਹੈ ਪੰਜਾਬ ਦੇ ਜਿਹੜੇ ਮੈਦਾਨਾਂ ਦੇ ਵਿੱਚ ਛੱਡ ਦਿੰਦੀ ਹੈ, ਜਿਸ ਤੋਂ ਕੀ ਹੈ ਪਲੈਨ ਏਰੀਆ ਬਣ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਸਥਾਨਾਂ ਦੇ ਉੱਪਰ ਜਿਹੜੇ ਪਲੈਨ ਏਰੀਆ ਬਣੇ ਨੇ ਉਹ ਇਹਨਾਂ ਦੀ ਹੀ ਬਦੌਲਤ ਬਣੇ ਹੋਏ ਨੇ। ਸੋ ਜਿਹੜੇ ਪਲੈਨ ਏਰੀਆ ਹੁੰਦੇ ਨੇਗੇ ਉਹ ਮੋਸਟ ਡੈਂਸਲੀ ਹੁੰਦੇ ਨੇਗੇ, ਕਿਉਂਕਿ ਜ਼ਿਆਦਾ ਜਿਹੜੇ ਪਲੈਨ ਹੁੰਦੇ ਨੇਗੇ ਇੱਕੋ ਜਿਹੇ ਹੁੰਦੇ ਹੈਗੇ ਨੇ, ਅਤੇ ਜਿਸ ਦੇ ਕਰਕੇ ਕੀ ਹੈ ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਡੈਂਸਲੀ ਪੋਪੂਲੇਸ਼ਨ ਹੁੰਦੀ ਹੈ ਇਸ ਜਗ੍ਹਾ ਦੇ ਵਿੱਚ ਉਹ ਇਸ ਕਰਕੇ ਹੁੰਦੀ ਹੈ ਕਿਉਂਕਿ ਜਿਹੜੇ ਪਲੈਨ ਏਰੀਆ ਹੁੰਦੇ ਫਰਟਾਈਲ ਹੁੰਦੇ, ਜ਼ਿਆਦਾ ਉਪਜਾਊ ਹੁੰਦੇ ਹੈਗੇ ਨੇ, ਉੱਥੇ ਟਰਾਂਸਪੋਰਟੇਸ਼ਨ ਜਿਹੜਾ ਨੈਟਵਰਕ ਵਿਛਾਉਣਾ ਉਹ ਸੌਖਾ ਹੁੰਦਾ ਹੈਗਾ ਬਿਨਾਂ ਕਿਸੇ ਦਿੱਕਤ ਦੇ, ਘੱਟ ਖਰਚੇ ਦੇ ਉੱਪਰ। ਐਂਡ ਦੇ ਆਰ ਦਾ ਮਦਰ ਆਫ ਹਿਊਮਨ ਐਕਟੀਵਿਟੀ। ਸੋ ਜੇ ਗੱਲ ਕਰੀਏ ਹਿਊਮਨ ਦੀ ਐਕਟੀਵਿਟੀ ਦੀ, ਯਾਨੀ ਕਿ ਮਨੁੱਖਤਾ ਦੇ ਲਈ ਮਦਰ ਦੇ ਰੂਪ ਦੇ ਵਿੱਚ ਜਿਹੜੇ ਉਹ ਪਲੈਨ ਏਰੀਆ ਕੰਮ ਕਰਦੇ ਹੈ। ਸੋ ਮਨੁੱਖ ਜਿਹੜਾ ਪਲੈਨ ਏਰੀਆ ਦੇ ਵਿੱਚ ਹੀ ਆਪਣੀਆਂ ਸਾਰੀਆਂ ਐਕਟੀਵਿਟੀਜ਼ ਉਹ ਕਰਦਾ ਹੈਗਾ। ਸੋ ਇਹਦੀਆਂ ਐਗਜ਼ਾਮਪਲਾਂ ਦੀ ਗੱਲ ਕਰੀਏ ਤਾਂ ਮੋਸਟ ਸਿਵਲਾਈਜੇਸ਼ਨ ਜਿਵੇਂ ਕਿ ਇੰਡਸ ਸਿਵਲਾਈਜੇਸ਼ਨ ਹੋ ਗਈ, ਇਹ ਵੀ ਪਲੈਨ ਏਰੀਆ ਦੇ ਵਿੱਚ ਹੀ ਮਿਲਦੀ ਹੈਗੀ ਸਾਨੂੰ ਦੇਖਣ ਨੂੰ ਪੰਜਾਬ ਦੇ। ਔਰ ਮੈਸੋਪੋਟਾਮੀਆ ਹੋ ਗਈ, ਚਾਈਨੀਜ਼ ਸਿਵਲਾਈਜੇਸ਼ਨ ਹੋ ਗਈ, ਐਂਡ ਔਰ ਬਹੁਤ ਸਾਰੀਆਂ ਜਿਹੜੀਆਂ ਸਿਵਲਾਈਜੇਸ਼ਨ ਨੇ ਜਿਹੜੀਆਂ ਕਿ ਪਲੈਨ ਏਰੀਆ ਦੇ ਵਿੱਚ ਹੀ ਮਿਲੀਆਂ ਨੇ, ਅਤੇ ਨਾਲ ਹੀ ਉਹਨਾਂ ਦੇ ਰਿਵਰ ਜਿਹੜੀਆਂ ਮਿਲਦੀਆਂ ਨੇ ਜਿੱਥੋਂ ਕਿ ਉਹਨਾਂ ਨੂੰ ਪਾਣੀ ਦੀਆਂ ਚੰਗੀਆਂ ਸੁਵਿਧਾਵਾਂ ਪ੍ਰਾਪਤ ਹੋ ਜਾਂਦੀਆਂ ਹੈਗੀਆਂ। ਸੋ ਇੰਡਸ ਸਿਵਲਾਈਜੇਸ਼ਨ ਬਾਰੇ ਅਸੀਂ ਇੱਕ ਪਹਿਲਾਂ ਹਿਸਟਰੀ ਦਾ ਚੈਪਟਰ ਅਪਲੋਡ ਕੀਤਾ ਹੋਇਆ ਹੈ, ਤਾਂ ਤੁਸੀਂ ਉੱਥੇ ਜਾ ਕੇ ਇਸ ਬਾਰੇ ਚੰਗੀ ਤਰ੍ਹਾਂ ਸਮਝ ਸਕਦੇ ਹੋ। ਸੋ ਇਹ ਹੈ ਪਲੈਨ ਏਰੀਆ ਬਾਰੇ। ਸੋ ਪਲੈਨ ਏਰੀਆ ਸਭ ਨੂੰ ਹੀ ਪਤਾ ਹੈ, ਜਿੱਥੇ ਤੁਸੀਂ ਐਗਰੀਕਲਚਰ ਕਰਦੇ ਹੋ, ਸਾਰਾ ਕੁਛ ਸਾਰੀਆਂ ਐਕਟੀਵਿਟੀਜ਼ ਕਰਦੇ ਹੋ, ਤੁਹਾਡੀ ਸੈਟਲਮੈਂਟਸ ਹੈਗੀ ਆ ਕਿ ਤੁਹਾਡੇ ਹਾਊਸਿਸ ਨੇ, ਉਹ ਸਾਰੇ ਏਰੀਏ ਪਲੈਨ ਏਰੀਆ ਵਿੱਚ ਮੈਦਾਨੀ ਏਰੀਆ ਦੇ ਵਿੱਚ ਆਉਂਦੇ ਹੈਗੇ ਨੇ। Locate the globe or the map, you will find northern hemisphere has more land mass than the water mass, while in the southern hemisphere the water mass is much bigger than that of the land mass. Major land mass are called continents, while the small land mass island. ਸੋ ਜੇ ਅਸੀਂ ਗਲੋਬ ਦੇ ਉੱਪਰ ਝਾਕ ਮਾਰੀਏ ਤਾਂ ਸਾਨੂੰ ਨਦਰਨ ਹੈਮਸਫੇਅਰ ਦੇ ਵਿੱਚ ਕੀ ਹੈ ਲੈਂਡ ਮਾਸ ਉਹ ਜਿਹੜਾ ਜ਼ਿਆਦਾ ਮਿਲਦਾ ਹੈ, ਜਾਣੀ ਕਿ ਧਰਤੀ ਦੀ ਜਿਹੜੀ ਉਹ ਜ਼ਿਆਦਾ ਮਿਲਦੀ ਹੈ। ਬਟ ਜਿਵੇਂ ਹੀ ਅਸੀਂ ਸਦਰਨ ਹੈਮਸਫੇਅਰ ਵੱਲ ਜਾਵਾਂਗੇ ਉੱਥੇ ਸਾਨੂੰ ਵਾਟਰ ਮਾਸ ਜਿਹੜਾ ਉਹ ਜ਼ਿਆਦਾ ਮਿਲਦਾ ਹੈਗਾ। ਦੋ ਪਾਰਟ ਨੇਗੇ ਅਰਥ ਦੀ, ਨਾਰਦਰਨ ਹੈਮਸਫੇਅਰ ਆ ਜਾਂਦਾ ਹੈ, ਅਤੇ ਇਸ ਜਗ੍ਹਾ ਦੇ ਵਿੱਚ ਜਿਹੜੀ ਸਾਨੂੰ ਜ਼ਿਆਦਾ ਲੈਂਡ ਮਾਸ ਮਿਲਦੇ ਹੈਗੇ ਨੇ। ਸਦਰਨ ਹੈਮਸਫੇਅਰ ਦੇ ਵਿੱਚ ਜ਼ਿਆਦਾਤਰ ਜਿਹੜਾ ਓਸ਼ਨ ਮਿਲਦੇ ਹੈਗੇ ਨੇ, ਕਿ ਪਾਣੀ ਦੀ ਮਾਤਰਾ ਜ਼ਿਆਦਾ ਹੈਗੀ ਹੈ। ਔਰ ਕੁਛ ਜਿਹੜੇ ਲੈਂਡਸ ਨੇਗੇ, ਠੀਕ ਹੈ, ਲੈਂਡ ਮਾਸ ਜਿਹੜੇ ਕਿ ਚਾਰੋਂ ਤਰਫ ਪਾਣੀ ਦੇ ਨਾਲ ਘਿਰੇ ਹੋਏ ਨੇਗੇ। ਲੈਂਡ ਥੋੜ੍ਹੀ ਹੈ ਬਟ ਵਾਟਰ ਜਿਹੜਾ ਉਹ ਜ਼ਿਆਦਾ ਹੈਗਾ, ਤਾਂ ਉਸ ਨੂੰ ਅਸੀਂ ਆਈਲੈਂਡ ਦੇ ਨਾਮ ਨਾਲ ਪੁਕਾਰਦੇ ਹੈਗੇ ਹਾਂ। ਇੰਪੋਰਟੈਂਸ ਆਫ ਲਿਥੋਸਫੀਅਰ। ਸੋ ਥਲ ਮੰਡਲ ਦੀ ਵਿਸ਼ੇਸ਼ਤਾ ਕੀ ਹੈਗੀ ਹੈ, ਅਸੀਂ ਇਸ ਬਾਰੇ ਦੇਖਦੇ ਹਾਂ। ਕੀ ਵਿਸ਼ੇਸ਼ਤਾ ਇਸ ਦੀ? ਦ ਆਊਟਰ ਕਵਰਿੰਗ ਔਰ ਕਰਸਟ ਆਫ ਦ ਅਰਥ ਵਿਚ ਇਜ਼ ਕਾਲਡ ਦ ਲਿਥੋਸਫੀਅਰ ਇਜ਼ ਏ ਗ੍ਰੇਟ ਇੰਪੋਰਟੈਂਸ। ਸੋ ਧਰਤੀ ਜਿਹੜਾ ਬਾਹਰਲਾ ਚਾਪੜਾ ਹੈ, ਜਿਸ ਨੂੰ ਸਾਰੀ ਧਰਤੀ ਨੂੰ ਢੱਕਿਆ ਹੋਇਆ ਹੈਗਾ, ਬਾਹਰਲਾ ਜਿਹੜਾ ਐਟਮੋਸਫੇਅਰ ਹੈਗਾ, ਠੀਕ ਆ, ਧਰਤੀ ਦੇ ਨਾਲ ਝਕੜਿਆ ਹੋਇਆ, ਚਾਹੇ ਉਹ ਮਿੱਟੀ ਹੈਗੀ ਹੈ, ਚਾਹੇ ਹੋਰ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਾਂ ਮਾਊਂਟੇਨ ਹੈਗੇ ਨੇ ਜਿਨ੍ਹਾਂ ਦੇ ਨਾਲ ਪੂਰੀ ਦੀ ਪੂਰੀ ਅਰਥ ਬਣੀ ਹੋਈ ਹੈਗੀ। ਸੋ ਉਸ ਚੀਜ਼ ਨੂੰ ਅਸੀਂ ਲਿਥੋਸਫੀਅਰ ਕਹਿ ਦਿੰਦੇ ਹੈਗੇ ਆ। ਔਰ ਇਸੇ ਲਿਥੋਸਫੀਅਰ ਦੀ ਸਾਡੇ ਲਈ ਕੀ ਇੰਪੋਰਟੈਂਸ ਹੈਗੀ ਆ ਉਸ ਬਾਰੇ ਅਸੀਂ ਡਿਸਕਸ ਕਰਾਂਗੇ। ਇਟ ਇਜ਼ ਸੋਇਲ ਕਵਰ is of a great importance for agriculture as well as a plantations purpose. ਸੋ ਇਸੇ ਲਿਥੋਸਫੀਅਰ ਦੇ ਵਿੱਚ ਸੋਇਲ ਮਿਲਦੀ ਹੈਗੀ ਹੈ, ਜਿਹਨੇ ਕਿ ਕਾਫੀ ਵੱਡਾ ਏਰੀਆ ਜਿਹੜਾ ਆਪਣੇ ਏਰੀਆ ਅੰਡਰ ਕੀਤਾ ਹੋਇਆ। ਔਰ ਇਸ ਸੋਇਲ ਦੀ ਜਿਹੜੀ ਇੰਪੋਰਟੈਂਸ ਹੈਗੀ ਉਹ ਐਗਰੀਕਲਚਰ ਦੇ ਲਈ ਹੈਗੀ, ਪੌਦਿਆਂ ਨੂੰ ਉਗਾਉਣ ਦੇ ਲਈ ਇਸ ਜਿਹੜਾ ਇਸਤੇਮਾਲ ਉਹ ਕੀਤਾ ਜਾਂਦਾ ਹੈ। ਨੈਕਸਟ ਆਉਂਦਾ ਹੈ ਸੈਕੰਡਰੀ ਦੇ ਵਿੱਚ, ਮੋਸਟ ਆਫ ਦਾ ਮਿਨਰਲਸ ਆਰ ਐਕਸਪਲੋਰੇਟਡ ਫਰੋਮ ਦਾ ਲਿਥੋਸਫੀਅਰ। ਸੇ ਬਹੁਤ ਸਾਰੇ ਜਿਹੜੇ ਮਿਨਰਲਸ ਨੇ, ਕੋਲਾ ਹੋ ਗਿਆ, ਲੋਹਾ ਹੋ ਗਿਆ, ਪੈਟਰੋਲ ਹੋ ਗਿਆ, ਜਿਹੜਾ ਉਹ ਤਕਰੀਬਨ ਹੀ ਸੋਨਾ ਚਾਂਦੀ ਜਿੰਨੇ ਵੀ ਮਿਨਰਲਸ ਹੈਗੇ ਨੇ ਉਹ ਤਕਰੀਬਨ ਹੀ ਸਾਰੇ ਲਿਥੋਸਫੀਅਰ ਦੇ ਵਿੱਚ ਮਿਲਦੇ ਹੈਗੇ ਨੇ। ਤੀਸਰਾ ਆਉਂਦਾ ਹੈ ਥਰਡਲੀ ਇਟ ਇਜ਼ ਬੇਸ ਫੋਰ ਦਾ ਹਿਊਮਨ ਐਕਟੀਵਿਟੀਜ਼। ਸੋ ਹਿਊਮਨ ਦੇ ਲਈ ਜਿਹੜੇ ਹੈ ਬੇਸ ਪ੍ਰੋਵਾਈਡ ਕਰਦਾ ਹੈਗਾ, ਆਵਾਸ ਪ੍ਰਦਾਨ ਕਰਦਾ ਹੈਗਾ ਉਹਨਾਂ ਨੂੰ। ਸਾਰੀਆਂ ਮਨੁੱਖੀ ਕਿਰਿਆਵਾਂ ਨੇ ਜਿਹੜੀਆਂ ਉਹ ਲਿਥੋਸਫੀਅਰ ਦੇ ਵਿੱਚ ਹੀ ਹੁੰਦੀਆਂ ਹੈਗੀਆਂ ਨੇ। ਡਵਿਲਿੰਗ ਪਲੇਸ ਆਫ ਦਾ ਹਿਊਮਨ ਬੀਇੰਗ ਐਂਡ ਐਨੀਮਲਸ। ਸੋ ਮਨੁੱਖਾਂ ਅਤੇ ਜੀਵ ਜੰਤੂਆਂ ਦੇ ਲਈ ਜਿਹੜਾ ਥਲ ਮੰਡਲ ਜਾਂ ਲਿਥੋਸਫੀਅਰ ਹੈਗਾ ਉਹ ਆਵਾਸ ਪ੍ਰਦਾਨ ਕਰਦਾ ਹੈ, ਉੱਥੋਂ ਦੇ ਰਹਿਣ ਦੇ ਲਈ ਉਹਨਾਂ ਨੂੰ ਚੰਗੀਆਂ ਜਿਹੜੀਆਂ ਕੰਡੀਸ਼ਨਸ ਉਹ ਪ੍ਰੋਵਾਈਡ ਕਰਦਾ ਹੈ, ਜਿੱਥੇ ਮਨੁੱਖ ਚੰਗੇ ਤਰੀਕੇ ਨਾਲ ਡਿਵੈਲਪ ਹੋ ਸਕਦਾ ਹੈ। ਨੈਕਸਟ ਆਉਂਦਾ ਹੈ ਕੰਟੀਨੈਂਟਸ।
ਸੋ ਕੰਟੀਨੈਂਟ ਬਾਰੇ ਅਸੀਂ ਨੈਕਸਟ ਜਿਹੜਾ ਪਾਰਟ ਹੈ ਉਹ ਬਣਾਵਾਂਗੇ, ਜਿਹਦੇ ਵਿੱਚ ਤੁਸੀਂ ਇਸ ਨੂੰ ਸਮਝਾਂਗੇ, ਕਿਉਂਕਿ ਵੀਡੀਓਜ਼ ਜਿਹੜੀਆਂ ਕਾਫੀ ਲੰਮੀਆਂ ਹੋ ਜਾਂਦੀਆਂ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਸੁਣਨਾ ਜਿਹੜਾ ਉਹ ਮੁਸ਼ਕਿਲ ਹੋ ਜਾਂਦਾ ਹੈ। ਸੋ ਇਸ ਲਈ ਅਸੀਂ ਇਸ ਨੂੰ ਨੈਕਸਟ ਪਾਰਟ ਦੇ ਵਿੱਚ ਜਿਹੜਾ ਡਿਸਕਸ ਕਰਾਂਗੇ। ਸੋ ਥੈਂਕ ਯੂ ਵੈਰੀ ਮੱਚ। ਸੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਵੈਰੀ ਮੱਚ।